ਅਗਲਾ ਪਾਤਸ਼ਾਹ ਗੁਰੂ ਦੀ ਸਿਫਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਨੇ ਪ੍ਰਮਾਣ ਕਿੰਨਾ ਪਿਆਰਾ ਦਿੱਤਾ ਹੈ। ਕਹਿੰਦੇ ਡਾਕਟਰ ਦੇ ਕੋਲ ਜਾਈਏ, ਦਵਾਈ ਵੀ ਲੈ ਲਈਏ, ਦਵਾਈ ਲੈ ਕੇ ਘਰ ਵੀ ਆ ਜਾਈਏ, ਦਵਾਈ ਘਰ ਜਾ ਕੇ ਰੱਖ ਦਈਏ, ਪਰਹੇਜ ਕਰੀਏ ਨਾ ਤੇ ਫਿਰ ਕਹੀਏ ਕਿ ਆਰਾਮ ਵੀ ਆ ਜਾਵੇ। ਪੂਛਤ ਹੈ ਵੈਦ ਖਾਤ ਔਸ਼ਧ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈ। ਕਿਸ ਤਰ੍ਹਾਂ ਰੋਗ ਮਿਟੇ? ਗੁਰੂ ਦੇ ਦਰਬਾਰ ਦੇ ਵਿੱਚ ਆਈਏ, ਗੁਰੂ ਦੀ ਗੱਲ ਸੁਣ ਵੀ ਲਈਏ, ਘਰ ਜਾ ਕੇ ਭੁੱਲ ਜਾਈਏ, ਅਮਲ ਕਰੀਏ ਨਾ, ਫਿਰ ਕਹੀਏ ਗਿਆਨ ਵੀ ਮਿਲ ਜਾਵੇ। ਇਹ ਤਾਂ ਹੋ ਹੀ ਨਹੀਂ ਸਕਦਾ। ਤੇ ਜਿਨ੍ਹਾਂ ਨੇ ਗਿਆਨ ਲਿਆ, ਸੱਚ ਜਾਣਿਓ, ਉਹਨਾਂ ਨੇ ਤਾਂ ਛੋਟੇ ਛੋਟੇ ਵਰਤਾਰਿਆਂ ਦੇ ਵਿੱਚੋਂ ਬਹੁਤ ਵੱਡੇ ਰਹੱਸਾਂ ਨੂੰ ਸਮਝਿਆ। ਛੋਟੇ ਛੋਟੇ ਵਰਤਾਰਿਆਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਮੋਦੀ ਖਾਨੇ ਦੇ ਵਿੱਚ, ਕਿਤੇ ਤੁਹਾਨੂੰ ਇੱਕ ਫਾਰਸੀ ਦੀ ਕਿਤਾਬ ਹੈ, ਹੁਣ ਤਾਂ ਉਸਦਾ ਪੰਜਾਬੀ ਅਨੁਵਾਦ ਵੀ ਮਿਲਦਾ ਹੈ, ਤਾਰੀਖੇ ਪੰਜਾਬ ਕਨਈਆ ਲਾਲ ਦੀ। ਸ਼ਾਇਦ ਤੁਸੀਂ ਵੀ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਵੇਖਿਆ ਹੋਵੇਗਾ ਕਿ ਕੁਝ ਦਿਨ ਪਹਿਲਾਂ ਇੱਕ ਗੱਲ ਦੇ ਉੱਪਰ ਬੜੀ ਚਰਚਾ ਚੱਲ ਰਹੀ ਸੀ ਕਿ ਜਪਜੀ ਸਾਹਿਬ ਦੀ ਜਿਹੜੀ ਵਿਆਖਿਆ ਸਾਡੇ ਮੋਬਾਈਲ ਫੋਨਾਂ ਦੇ ਵਿੱਚ ਹੈ, ਉਹਦੇ ਵਿੱਚ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ ਦੀ ਵਿਆਖਿਆ ਕਰਦਿਆਂ ਉੱਥੇ ਭੰਡਾਰੀ ਸ਼ਬਦ ਵਾਸਤੇ ਮੋਦੀ ਸ਼ਬਦ ਵਰਤਿਆ ਗਿਆ। ਤੇ ਉਹ ਸਾਡੇ ਵੀਰਾਂ ਨੇ ਇੱਕਦਮ ਇਤਰਾਜ਼ ਜ਼ਾਹਰ ਕਰ ਦਿੱਤਾ ਕਿ ਮੋਦੀ ਨੂੰ ਰਿਜ਼ਕ ਦੇਣ ਵਾਲਾ, ਉਹ ਇੱਕਦਮ ਪ੍ਰਧਾਨ ਮੰਤਰੀ ਵਾਲੇ ਪਾਸੇ ਗੱਲ ਲੈ ਗਏ। ਪਰ ਇਹ ਮੋਦੀ ਤਾਂ ਅੱਜ ਦੀਆਂ ਖੇਡਾਂ ਨੇ। ਮੋਦੀ ਦਾ ਭਾਵ ਹੈ ਭੰਡਾਰੇ ਦਾ ਮਾਲਕ। ਗੁਰੂ ਨਾਨਕ ਸਾਹਿਬ ਵੀ ਮੋਦੀ ਖਾਨੇ 'ਚ ਬੈਠਦੇ ਸੀ। ਸੋ ਉੱਥੇ ਵੀ ਸ਼ਬਦ ਬਿਲਕੁਲ ਠੀਕ ਹੈ, ਪਰ ਸਾਡੀ ਮਾਨਸਿਕਤਾ ਦੇ ਵਿੱਚ ਇਹ ਵਾਲਾ ਮੋਦੀ ਵਸ ਗਿਆ ਨਾ, ਅਸੀਂ ਇੱਕਦਮ ਉਹਦੇ ਨਾਲ ਜੋੜ ਕੇ ਵੇਖਦੇ ਹਾਂ। ਸੋ ਮੋਦੀ ਖਾਨੇ ਦੀ ਗੁਰੂ ਨਾਨਕ ਸਾਹਿਬ ਦੇ ਕੋਲ ਜਿਹੜੀ ਜ਼ਿੰਮੇਵਾਰੀ ਹੈ, ਜੇਕਰ ਉਸ ਸਮੇਂ ਦੇ ਵਿੱਚ ਸੋਚੀਏ ਤਾਂ ਇਹ ਕੋਈ ਛੋਟੀ ਜ਼ਿੰਮੇਵਾਰੀ ਨਹੀਂ ਹੈ। ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਪੂਰੀ ਤਰ੍ਹਾਂ ਦੇ ਨਾਲ ਰਾਸ਼ਨ ਦਾ ਵਿਤਰਨ ਕਰਨ ਵਾਲਾ ਮੰਤਰੀ ਹੁੰਦਾ ਹੈ, ਇਸ ਤਰ੍ਹਾਂ ਦਾ ਅਹੁਦਾ ਹੈ ਉਹਨਾਂ ਦੇ ਕੋਲ। ਤੇ ਮਲਸੀਹਾਂ ਪਿੰਡ ਦੇ ਚੌਧਰੀ, ਜਿਹੜੇ ਕਿਸੇ ਸਮੇਂ ਪਹਿਲਾਂ ਦੇਵੀ ਦੇ ਉਪਾਸ਼ਕ ਸਨ, ਉਹ ਆਉਂਦੇ ਨੇ। ਤੇ ਜਦੋਂ ਉਹ ਆਉਂਦੇ ਨੇ ਤੇ ਗੁਰਦੇਵ ਪਾਤਸ਼ਾਹ ਨੂੰ ਮੋਦੀ ਖਾਨੇ ਦੇ ਵਿੱਚ ਲੋਕਾਂ ਨੂੰ ਰਾਸ਼ਨ ਦਿੰਦਿਆਂ ਵੇਖ ਰਹੇ ਨੇ। ਤੇ ਰਾਸ਼ਨ ਦਿੰਦਿਆਂ ਵੇਖਦੇ ਨੇ ਤੇ ਗੁਰੂ ਨਾਨਕ ਸਾਹਿਬ ਜਦੋਂ ਤੋਲ ਰਹੇ ਨੇ, ਤੋਲ 1 ਤੋਂ ਸ਼ੁਰੂ ਕਰਦੇ ਨੇ ਤੇ 1 1 1 ਦੀ ਧੁਨ ਹੈ। 7 ਤੇ ਪਹੁੰਚਦੇ ਨੇ ਤੇ ਉਸ ਦੀ ਧੁਨ ਹੈ, 13 ਤੇ ਪਹੁੰਚਦੇ ਨੇ ਤੇ ਉਸ ਦੀ ਧੁਨ ਹੈ। ਤੇ ਭਾਈ ਭਗੀਰਥ ਇੱਕ ਸਵਾਲ ਕਰਦਾ, ਬਾਬਾ ਸਾਰਾ ਦਿਨ ਕਿਰਤ ਕਰ ਰਹੇ ਹੈ, ਲੋਕਾਂ ਨੂੰ ਰਾਸ਼ਨ ਤੋਲ ਕੇ ਦੇ ਰਿਹਾ, ਪਰ 3 ਅੰਕਾਂ ਦੇ ਆ ਕੇ ਜਿਸ ਤਰ੍ਹਾਂ ਤੂੰ ਟਿਕ ਜਾਂਦਾ, ਇੱਕ ਵੱਖਰਾ ਹੀ ਵਿਸਮਾਦ ਪੈਦਾ ਹੋ ਜਾਂਦਾ। ਇਹ ਤਿਹੋ ਅੱਖਰ, ਇਹ ਪੁਰਾਣੇ ਸਰੋਤਾਂ ਦੇ ਨੇ, ਮੇਰੀ ਝੋਲੀ ਵੀ ਪਾਏ ਦੇ। ਤੇ ਪਾਤਸ਼ਾਹ ਕਹਿੰਦੇ ਇਹੀ 3 ਅੱਖਰ ਸਿੱਖਣੇ ਤਾਂ ਔਖੇ ਆ। ਇੱਕ ਉਹ ਸੱਤ ਹੈ ਤੇ ਸਭ ਕੁਝ ਤੇਰਾ ਹੈ। ਇਹੀ 3 ਅੱਖਰ ਸਿੱਖਣੇ ਤਾਂ ਔਖੇ ਆ। ਇਹੀ ਤਾਂ ਸਾਡੇ ਮਨ ਦੇ ਵਿੱਚ ਨਹੀਂ ਵਸਦੇ ਕਿ ਇੱਕ ਹੈ, ਸੱਤ ਹੈ ਤੇ ਸਭ ਕੁਝ ਤੇਰਾ। ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪਾਤਸ਼ਾਹ ਕਹਿੰਦੇ ਇਹੀ 3 ਅੱਖਰ ਤਾਂ ਸਿੱਖਣ ਵਾਲੇ ਜਿਹੜੇ ਅਸੀਂ ਨਹੀਂ ਸਿੱਖਣਾ ਚਾਹੁੰਦੇ। ਗੁਰੂ ਨਾਨਕ ਸੱਚੇ ਪਾਤਸ਼ਾਹ, ਥੋੜਾ ਜਿਹਾ ਪਰਿਵਾਰਕ ਪਿਛੋਕੜ ਦਾ ਇੱਕ ਜ਼ਿਕਰ ਕਰੀਏ। ਉਹਦਾ ਕਾਰਨ ਇਹ ਹੈ ਕਿ ਅਸੀਂ ਜਿਹੜੇ ਸਾਡੇ ਪੁਰਾਤਨ ਸਰੋਤ ਸੀ ਇਤਿਹਾਸ ਦੇ, ਉਹ ਪੜ੍ਹਨੇ ਹੌਲੀ ਹੌਲੀ ਛੱਡਦੇ ਜਾ ਰਹੇ। ਜਦੋਂ ਕਿਸੇ ਵੀ ਕੌਮੀਅਤ ਦੇ ਵਿੱਚ, ਕੌਮ ਦੇ ਭਵਿੱਖ ਦੇ ਵਿੱਚ ਆਪਣੀ ਤਵਾਰੀਖ, ਆਪਣਾ ਇਤਿਹਾਸ, ਆਪਣਾ ਲਿਟਰੇਚਰ, ਆਪਣੇ ਇਤਿਹਾਸ ਦੇ ਪੰਨੇ ਪੜ੍ਹਨ ਦਾ ਸ਼ੌਕ ਖਤਮ ਹੋ ਜਾਂਦਾ ਹੈ ਨਾ, ਤਾਂ ਤਾਰੀਖ ਦੇ ਸਰੋਤ ਵੀ ਖਤਮ ਹੋ ਜਾਂਦੇ ਨੇ, ਕਿਉਂਕਿ ਪਬਲਿਸ਼ਰ ਜਿਸ ਚੀਜ਼ ਦੀ ਮੁੱਲ ਨਾ ਹੋਵੇ ਉਸਨੂੰ ਛਾਪਦਾ। ਹੌਲੀ ਹੌਲੀ ਇਤਿਹਾਸਕ ਸਰੋਤ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜਨਮ ਰਾਏ ਭੋਏ ਦੀ ਤਲਵੰਡੀ, ਅੱਜ ਅਸੀਂ ਕਹਿੰਦੇ ਆ ਸ੍ਰੀ ਨਨਕਾਣਾ ਸਾਹਿਬ। ਤੇ ਸ੍ਰੀ ਨਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਦਾ
ਜਿੱਥੇ ਗੁਰੂ ਸਾਹਿਬ ਪ੍ਰਗਟ ਹੁੰਦੇ ਨੇ, ਜਿੱਥੇ ਗੁਰੂਦੇਵ ਪਾਤਸ਼ਾਹ ਪ੍ਰਗਟ ਹੁੰਦੇ ਨੇ, ਉਸ ਦਾ ਵੀ ਇੱਕ ਵਿਲੱਖਣ ਇਤਿਹਾਸ ਹੈ। ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਵੇਗਾ ਕਿ ਰਾਏ ਬੁਲਾਰ ਸਾਹਿਬ ਦੀ ਤਕਰੀਬਨ 14ਵੀਂ ਜਾਂ 15ਵੀਂ ਪੀੜ੍ਹੀ ਦੇ ਵਿੱਚੋਂ ਰਾਣਾ ਮਲਿਕ ਸਾਹਿਬ ਨੇ, ਤੇ ਇਸ ਤੋਂ ਪਹਿਲਾਂ ਇਹਨਾਂ ਦੇ ਪਰਿਵਾਰ ਨੇ ਪਾਕਿਸਤਾਨ ਦੀ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ। ਉਹ ਕੇਸ ਪਤਾ ਕੀ ਸੀ? ਉਹ ਕੇਸ ਇਹ ਸੀ ਕਿ ਸਾਡੇ ਵਡੇਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ ਜਿਹੜੇ 757 ਮੁਰੱਬੇ ਜ਼ਮੀਨ ਦੇ ਲਾਏ ਨੇ, ਉਹ ਸਾਨੂੰ ਵਾਪਸ ਦਿੱਤੇ ਜਾਣ। ਡਿਸਟ੍ਰਿਕਟ ਕੋਰਟ ਚੋਂ ਕੇਸ ਹਰਿਆ, ਸੈਸ਼ਨ ਚੋਂ, ਹਾਈ ਕੋਰਟ ਚੋਂ ਹਰਿਆ, ਤੇ ਸੁਪਰੀਮ ਕੋਰਟ ਦੇ ਜੱਜ ਨੇ ਨਨਕਾਣਾ ਸਾਹਿਬ ਦੇ ਕੁਝ ਮੋਹਤਬਾਰ ਵਿਅਕਤੀਆਂ ਨੂੰ ਬੁਲਾ ਕੇ ਪਤਾ ਕੀ ਕਿਹਾ ਸੀ? ਤੁਸੀਂ ਇਹ ਕੇਸ ਕਿਸੇ ਵੀ ਬਣਾ ਤੇ ਜਿੱਤ ਨਹੀਂ ਸਕਦੇ। ਇਹ ਜ਼ਮੀਨ ਬਾਬੇ ਨਾਨਕ ਦੀ ਹੈ, ਬਾਬੇ ਨਾਨਕ ਦੀ ਹੀ ਰਹੇਗੀ। ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਹੈ ਕਿ ਜਦੋਂ ਰਾਏ ਬੁਲਾਰ ਨੇ ਬਾਬੇ ਨਾਨਕ ਨੂੰ ਇਹ ਜ਼ਮੀਨ ਦਿੱਤੀ, ਉਹਨਾਂ ਦਿਨਾਂ ਦੇ ਵਿੱਚ ਵੀ ਗੁਰੂ ਨਾਨਕ ਨੇ ਇਸ ਜ਼ਮੀਨ ਦੇ ਵਿੱਚੋਂ ਕੋਈ ਦਮੜੀ ਪੈਸਾ ਆਪਣੇ ਉੱਪਰ ਜਾਂ ਆਪਣੇ ਘਰ ਨਹੀਂ ਵਰਤਿਆ। ਉਦੋਂ ਵੀ ਸੇਵਾ ਦੇ ਵਾਸਤੇ ਵਰਤਿਆ, ਤੇ ਹੁਣ ਵੀ ਤੁਸੀਂ ਵਰਤਦੇ ਹੋ, ਪਰ ਇਹਦਾ ਮਾਲਕ ਬਾਬਾ ਨਾਨਕ ਹੀ ਰਹੇਗਾ। ਅਖਬਾਰਾਂ ਦੇ ਵਿੱਚ ਵੀ ਇਹ ਗੱਲ ਆ ਚੁੱਕੀ, ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਵੀ ਛਪੀ ਹੈ। ਹੁਣ ਜਦੋਂ ਉਸ ਜ਼ਮੀਨ ਦੀ ਗੱਲ ਕਰਦੇ ਆ ਤੇ 757 ਮੁਰੱਬੇ, 757 ਨੂੰ 25 ਦੇ ਨਾਲ ਮਲਟੀਪਲਾਈ ਕਰਕੇ ਵੇਖ ਲਓ, ਹਜ਼ਾਰਾਂ ਦੇ ਵਿੱਚ 18,000 ਏਕੜ ਦੇ ਕਰੀਬ ਸ਼ਾਇਦ ਜ਼ਮੀਨ ਬਣ ਜਾਂਦੀ ਹੋਵੇਗੀ। ਇੰਨੀ ਜ਼ਿਆਦਾ ਜ਼ਮੀਨ, ਉਹ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ ਕਿਉਂ? ਹੁਣ ਸਵਾਲ ਇਹ ਹੈ, ਤਾਰੀਖ ਦੇ ਵਿੱਚ ਅਸੀਂ ਇਹੀ ਵੇਖਣਾ ਹੁੰਦਾ ਹੈ ਕਿ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੋਂ ਪਹਿਲਾਂ ਲਾਹੌਰ ਦੇ ਵਿੱਚ ਇਸਲਾਮ ਦਾ ਇੱਕ ਬਹੁਤ ਵੱਡਾ ਧਾਰਮਿਕ ਵਿਅਕਤੀ ਹੈ। ਉਸ ਵਿਅਕਤੀ ਦਾ ਨਾਮ ਹੈ ਮੀਰ ਅਹਿਮਦ ਤੱਕੀ, ਸੈਯਦ ਮੀਰ ਅਹਿਮਦ ਤੱਕੀ। ਇੰਨੇ ਜ਼ਿਆਦਾ ਅਧਿਆਤਮਿਕ ਤੇ ਧਾਰਮਿਕ ਆਗੂ ਦੇ ਹੁੰਦਿਆਂ ਇੱਕ ਮੁਸਲਮਾਨ ਰਾਏ ਬੁਲਾਰ ਨੇ ਆਪਣੇ ਉਸ ਪੀਰ ਦੇ ਨਾਮ ਜ਼ਮੀਨ ਲਾਉਣ ਦੀ ਬਜਾਏ ਗੁਰੂ ਨਾਨਕ ਸਾਹਿਬ ਦੇ ਨਾਮ ਕਿਉਂ ਲਾਈ? ਸਵਾਲ ਤਾਂ ਇਹ ਪੈਦਾ ਹੁੰਦਾ। ਉਹਦੇ ਵਾਸਤੇ ਅਸੀਂ ਥੋੜਾ ਪਿਛੋਕੜ ਦੇ ਵਿੱਚ ਜਾਂਦੇ ਹਾਂ। ਤਾਰੀਖੇ ਪੱਟੀਆਂ, ਇਹ ਵੀ ਇੱਕ ਉਰਦੂ ਦੀ ਕਿਤਾਬ ਸੀ, ਪਾਕਿਸਤਾਨ ਦੀਆਂ ਕੁਝ ਲਾਇਬ੍ਰੇਰੀਆਂ ਦੇ ਵਿੱਚ ਅਵੇਲੇਬਲ ਹੈ, ਇੱਥੇ ਸ਼ਾਇਦ ਕਿਸੇ ਯੂਨੀਵਰਸਿਟੀ 'ਚ ਹੋਵੇ ਤਾਂ ਮੈਨੂੰ ਪਤਾ ਨਹੀਂ। ਉਹਦੇ ਮੁਤਾਬਕ ਜਿਹੜਾ ਭੱਟੀਆਂ ਦਾ ਵਡੇਰਾ ਹੋਇਆ, ਜਿਹੜੇ ਭੱਟੀ ਰਾਜਪੂਤ ਨੇ, ਰਾਜਪੂਤਾਨੇ ਦੇ ਇਲਾਕੇ ਦੇ ਵਿੱਚ, ਇਹਨਾਂ ਦੇ ਵਡੇਰਿਆਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਜਾਦੋਮਾਨ ਭੱਟੀ, ਜਾਦੋਮਾਨ ਤੋਂ ਬਾਅਦ ਅੱਗੇ ਦੇਵ ਭੱਟੀ, ਦੇਵ ਭੱਟੀ ਦੀ 8ਵੀਂ ਪੀੜ੍ਹੀ ਦੇ ਵਿੱਚ ਅੱਗੇ ਜਾ ਕੇ ਪੈਦਾ ਹੋ ਜਾਂਦਾ ਰਾਵਲ, ਜਿਹਨੂੰ ਰਾਣਾ ਰਾਵਲ ਵੀ ਕਿਹਾ ਜਾਂਦਾ ਹੈ, ਤੇ ਜਿਹੜਾ ਰਾਵਣ ਰਾਏ ਹੈ, ਉਸ ਦਾ ਪੁੱਤਰ ਹੈ ਰਾਣਾ ਰਾਏ ਭੱਟੀ। ਤੇ ਰਾਣਾ ਰਾਏ ਭੱਟੀ ਦਾ ਉਹ ਸਮਾਂ ਹੈ ਤਕਰੀਬਨ 1295 ਤੋਂ ਲੈ ਕੇ 1315 ਈਸਵੀ ਤੱਕ ਦਾ ਸਮਾਂ, ਜਦੋਂ ਅਲਾਉਦੀਨ ਖਿਲਜੀ ਹਮਲਾ ਕਰਦਾ। ਜਦੋਂ ਉਹ ਹਮਲਾ ਕਰਦਾ ਹੈ ਤਾਂ 3 ਤਰ੍ਹਾਂ ਦੇ ਲੋਕ ਨੇ। ਇੱਕ ਲੋਕ ਉਹ ਨੇ ਜਿਹੜੇ ਰਾਜਪੂਤਾਨੇ ਨੂੰ ਛੱਡ ਕੇ ਹੋਰਨਾਂ ਇਲਾਕਿਆਂ ਵਿੱਚ ਜਾਨ ਬਚਾਉਣ ਵਾਸਤੇ ਚਲੇ ਜਾਂਦੇ ਨੇ। ਦੂਜੇ ਲੋਕ ਉਹ ਨੇ ਜਿਹੜੇ ਜਾਨ ਬਚਾਉਣ ਦੇ ਵਾਸਤੇ ਦੀਨ-ਏ ਇਸਲਾਮ ਨੂੰ ਕਬੂਲ ਕਰ ਲੈਂਦੇ ਨੇ। ਤੇ ਤੀਸਰੇ ਉਹ ਨੇ ਜਿਹੜੇ ਮੈਦਾਨੇ ਜੰਗ ਦੇ ਵਿੱਚ ਉਸਦੇ ਖਿਲਾਫ ਲੜਦੇ ਨੇ। ਔਰ ਇਹਨਾਂ ਲੜਨ ਵਾਲਿਆਂ ਦੇ ਵਿੱਚ ਇੱਕ ਹੈ ਰਾਣਾ ਰਾਏ ਭੱਟੀ। ਬੜੀ ਬਹਾਦਰੀ ਦੇ ਨਾਲ ਲੜਦਾ ਹੈ, ਨੌਜਵਾਨੀ ਦੀ ਉਮਰ ਸੀ। ਅਲਾਉਦੀਨ ਖਿਲਜੀ ਉਸ ਤੋਂ ਪ੍ਰਭਾਵਿਤ ਹੁੰਦਾ ਹੈ, ਉਸ ਨੂੰ ਇੱਕ ਕਾਸਦ ਦੇ ਹੱਥ ਸੁਨੇਹਾ ਭੇਜਦਾ, ਕਹਿੰਦਾ ਲੜਨਾ, ਮੇਰੇ ਦਰਬਾਰ ਦੇ ਵਿੱਚ ਆ। ਦਰਬਾਰ ਦੇ ਵਿੱਚ ਆ ਜਾਂਦਾ ਹੈ। ਉਹ ਉਸ ਨੂੰ ਦਰਬਾਰ ਦੇ ਵਿੱਚ ਬੁਲਾ ਕੇ ਇਹ ਪੇਸ਼ਕਸ਼ ਕਰਦਾ ਹੈ, ਇਹ ਆਫਰ ਕਰਦਾ ਹੈ, ਕਹਿੰਦਾ ਹੈ ਕਿ ਜੇਕਰ ਤੂੰ ਮੇਰੇ ਨਾਲ ਲੜਾਈ ਛੱਡ ਦੇਵੇਂ, ਜੰਗਬੰਦੀ ਕਰ ਲਵੇਂ, ਦੀਨ-ਏ ਇਸਲਾਮ ਦੇ ਵਿੱਚ ਆ ਜਾਵੇਂ, ਮੈਂ ਤੇਰੀ ਬਹਾਦਰੀ ਦਾ ਕਾਇਲ ਹੋਇਆ, ਮੈਂ ਤੈਨੂੰ 1.5 ਲੱਖ ਏਕੜ ਜ਼ਮੀਨ ਦਿੰਦਾ। ਇਹ ਭੱਟੀ ਪਰਿਵਾਰ ਦੇ ਵਿੱਚੋਂ ਰਾਣਾ ਰਾਏ ਭੱਟੀ ਪਹਿਲਾ ਮੁਸਲਮਾਨ ਸੀ ਜਿਹੜਾ ਬਣਿਆ ਰਾਜਪੂਤਾਂ ਦੇ ਵਿੱਚ। ਔਰ ਜਿਹੜੀ ਇਸ ਨੂੰ 1.5 ਲੱਖ ਏਕੜ ਜ਼ਮੀਨ ਦਿੱਤੀ ਗਈ, ਪੰਜਾਬ ਦੇ ਵਿੱਚ ਜਿਹੜੇ ਕੁਝ ਅਸਥਾਨ ਨੇ ਜਿਨ੍ਹਾਂ ਦਾ ਨਾਮ ਭੱਟੀ ਰਾਜਪੂਤਾਂ ਨਾਲ ਜੁੜਿਆ ਹੈ, ਇਹ ਸਾਰੀ ਜ਼ਮੀਨ ਉਹਨਾਂ ਇਲਾਕਿਆਂ ਦੇ ਵਿੱਚ ਸੀ। ਭੱਟੀ ਵਿੰਡਾ,
ਜਿਹੜਾ ਬਾਅਦ ਵਿੱਚ ਬਠਿੰਡਾ ਬਣਿਆ। ਰਾਮਦੇਵ ਭੱਟੀ ਵਾਲਾ ਬਾਅਦ ਵਿੱਚ ਬਟਾਲਾ ਬਣਿਆ। ਭੱਟੀ ਵੰਡ ਮਾਝੇ ਦੇ ਵਿੱਚ, ਜਿਹਨੂੰ ਅੱਜ ਅਸੀਂ ਪਿੱਠੇ ਵੰਡ ਕਹਿ ਦਿੰਦੇ ਆ, ਭਿੱਟੇ ਵੰਡ ਕਹਿ ਦਿੰਦੇ ਆ, ਉਹ ਬੇਸਿਕਲੀ ਭੱਟੀਆਂ ਦੀ ਵੰਡ ਦਾ ਇਲਾਕਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੇ ਵਡੇਰੇ ਰਹਿੰਦੇ ਸੀ। ਉਹਦੇ ਨਾਲ ਹੀ ਪਿੰਡ ਜਾਮਾ ਰਾਏ, ਰਾਏ ਇਹਨਾਂ ਨੂੰ ਕਿਹਾ ਜਾਂਦਾ ਸੀ, ਭੱਟੀਆਂ ਨੂੰ ਰਾਏ ਵੀ ਕਿਹਾ ਜਾਂਦਾ ਸੀ ਰਾਣਾ ਰਾਏ ਦੇ ਨਾਮ ਕਰਕੇ, ਤੇ ਜਾਮਾ ਦਾ ਭਾਵ ਹੈ ਇਕੱਠ। ਇਹਨਾਂ 4 ਥਾਵਾਂ ਦੇ ਉੱਪਰ ਭੱਟੀਆਂ ਦੇ ਕੋਲ ਵੱਡੀ ਜ਼ਮੀਨ ਸੀ। ਪਰਿਵਾਰ ਦੇ ਵਿੱਚ ਵੰਡ ਹੋਈ ਤੇ ਵੰਡ ਹੋਣ ਤੋਂ ਬਾਅਦ ਇਹ ਜਿਹੜਾ ਰਾਏ ਬੁਲਾਰ ਦਾ ਪਿਤਾ ਰਾਏ ਭੋਏ ਸੀ, ਇਸ ਨੂੰ ਨਨਕਾਣਾ ਸਾਹਿਬ ਦੇ ਲਾਗੇ ਰਾਏਪੁਰ ਦਾ ਇਲਾਕਾ ਆ ਗਿਆ। ਤਾਰੀਖੇ ਪੰਜਾਬ ਦੇ ਵਿੱਚ ਵੀ ਲਿਖਿਆ ਕਿ ਇਸ ਨੇ ਉਸ ਜ਼ਮੀਨ ਨੂੰ ਜ਼ਰਾਇਤੀ ਤੌਰ ਦੇ ਉੱਪਰ ਵਧੀਆ ਸਿੰਜਣ ਦੇ ਵਾਸਤੇ ਇੱਕ ਨਹਿਰ ਦਾ ਇੰਤਜ਼ਾਮ ਵੀ ਕਰਵਾਇਆ ਉਹਨਾਂ ਸਮਿਆਂ ਦੇ ਵਿੱਚ। ਉੱਥੇ ਇਹਦੇ ਕੋਲ ਤਕਰੀਬਨ 1550 ਮੁਰੱਬਾ ਜ਼ਮੀਨ ਸੀ ਔਰ ਇਸ ਨੇ ਉਸ ਇਲਾਕੇ ਦਾ ਨਾਮ ਬਦਲ ਕੇ ਆਪਣੇ ਨਾਮ ਦੇ ਉੱਪਰ ਰੱਖ ਦਿੱਤਾ ਰਾਏ ਭੋਏ ਦੀ ਤਲਵੰਡੀ, ਰਾਏਪੁਰ ਦਾ ਨਾਮ ਬਦਲ ਦਿੱਤਾ। ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਧ ਪਿੰਡ ਨੇ ਜਿਨ੍ਹਾਂ ਦਾ ਨਾਮ ਤਲਵੰਡੀ ਹੋਵੇਗਾ ਜਾਂ ਟਾਂਡਾ। ਟਾਂਡਾ ਸ਼ਬਦ ਬਾਰੇ ਤੇ ਚਲੋ ਕਿਤੇ ਫੇਰ ਗੱਲ ਕਰਾਂਗੇ। ਤਲਵੰਡੀ ਦਾ ਭਾਵ ਹੈ ਜ਼ਮੀਨ ਦੀ ਵੰਡ, ਤਲ ਦੀ ਵੰਡ। ਤੇ ਜਿੰਨੇ ਵੀ ਤੁਸੀਂ ਤਲਵੰਡੀ ਸ਼ਬਦ ਪੰਜਾਬ ਦੇ ਵਿੱਚ ਵੇਖੋਗੇ ਉਹਦੇ ਪਿੱਛੇ ਇੱਕ ਨਾਮ ਜ਼ਰੂਰ ਆਵੇਗਾ। ਤਲਵੰਡੀ ਬਖਤਾ, ਤਲਵੰਡੀ ਮੁਸਲਮਾਨਾ, ਤਲਵੰਡੀ ਗਰਜਾ ਸਿੰਘ, ਤਲਵੰਡੀ ਲਾਲ ਸਿੰਘ, ਉਹਦੇ ਪਿੱਛੇ ਇੱਕ ਨਾਮ ਜ਼ਰੂਰ ਆਵੇਗਾ ਕਿ ਜ਼ਮੀਨ ਦੀ ਵੰਡ ਜਿਸ ਵਿਅਕਤੀ ਦੇ ਹਿੱਸੇ ਵਿੱਚ ਆਈ। ਸੋ ਇਹ ਜਿਹੜਾ ਰਾਏ ਭੋਏ ਸੀ ਇਹ ਉੱਥੇ ਚਲਾ ਗਿਆ, ਇਹਦਾ ਅੱਗੋਂ ਬੇਟਾ ਸੀ ਰਾਏ ਬੁਲਾਰ। ਜਦੋਂ ਇਹ ਉੱਥੇ ਗਿਆ ਤਾਂ ਇਹ ਨਾਲ ਹੀ ਜਿਹੜੇ ਮਹਿਤਾ ਕਾਲੂ ਜੀ ਦੇ ਪਿਤਾ ਜੀ ਉਹਨਾਂ ਨੂੰ ਵੀ ਨਾਲ ਲੈ ਗਿਆ ਸੀ। ਉਹ ਪਹਿਲਾਂ ਇਸ ਦੇ ਕਾਨੂੰ ਵੀ ਸਨ ਤੇ ਜਿਹੜੇ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਉਹ ਰਾਏ ਬੁਲਾਰ ਦੇ ਪਟਵਾਰੀ ਸਨ। ਹੁਣ ਇੱਕ ਗੱਲ ਸਮਝੀਏ, ਅਸੀਂ ਕਹਿੰਦੇ ਮਹਿਤਾ ਕਾਲੂ ਜੀ, ਹੁਣ ਮਹਿਤਾ ਬੇਦੀ ਪਰਿਵਾਰ ਦੇ ਵਿੱਚ ਨਾ ਤਾਂ ਸਰਨੇਮ ਹੈ ਤੇ ਨਾ ਸਬ ਕਾਸਟ ਹੈ, ਇਹ ਅਹੁਦਾ ਹੈ। ਰਾਜੇ ਤੋਂ ਬਾਅਦ ਜਿਹੜਾ ਛੋਟੇ ਵਜ਼ੀਰ ਦਾ ਅਹੁਦਾ ਹੁੰਦਾ ਸੀ ਉਸ ਨੂੰ ਮਹਿਤਾ ਕਿਹਾ ਜਾਂਦਾ ਸੀ। ਗੁਰਬਾਣੀ ਚ ਹੁੰਦਾ ਨਾ, ਲੱਭ ਕੂੜ ਦੋਏ ਰਾਜਾ ਮਹਿਤਾ, ਇਹ ਅਹੁਦਾ ਹੈ। ਉਹਨਾਂ ਦੇ ਕੋਲ ਅਹੁਦਾ ਹੈ ਪਟਵਾਰੀ ਦਾ। ਪਟਵਾਰੀ ਸ਼ਬਦ ਦੇ ਵਾਸਤੇ ਵੀ ਜੇ ਤੁਸੀਂ ਪਿਛੋਕੜ ਚ ਜਾਣਾ ਤੇ ਪੱਟ ਦਾ ਭਾਵ ਹੈ ਰੇਸ਼ਮ, ਵਾਲ ਦਾ ਭਾਵ ਹੈ ਬਲਦੀਅਤ। ਕੱਪੜੇ ਦੇ ਉੱਪਰ ਜ਼ਮੀਨ ਦੀ ਵਲਦੀਅਤ, ਵਾਲਦੀਅਤ, ਮਲਕੀਅਤ ਦੇ ਨਕਸ਼ੇ ਤਿਆਰ ਕਰਨੇ, ਉਸ ਨੂੰ ਕਿਹਾ ਜਾਂਦਾ ਸੀ ਪਟਵਾਲ ਤੇ ਪਟਵਾਲੀ, ਜਿਹੜਾ ਅਸੀਂ ਪਟਵਾਰੀ ਆਖਦੇ। ਅੱਜ ਵੀ ਹੁਣ ਤਾਂ ਖੈਰ ਸਭ ਕੁਝ ਇੰਟਰਨੈਟ ਦੇ ਉੱਪਰ ਆ ਗਿਆ, ਪਹਿਲਾਂ ਕੱਪੜੇ ਦੇ ਉੱਪਰ ਹੀ ਜ਼ਮੀਨੀ ਖਸਰੇ ਜਿਹੜੇ ਸੀ ਉਹ ਬਣਾਏ ਜਾਂਦੇ ਸੀ, ਪਟਵਾਰੀ ਉਸ ਨੂੰ ਬਣਾਉਂਦਾ ਸੀ। ਸੋ ਪਹਿਲਾਂ ਇਹ ਨੇ, ਉਹਨਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਪਿਤਾ ਉਹੀ ਕਾਰਜ ਕਰਦੇ ਨੇ। ਇਹ ਜਿਹੜਾ ਰਾਏ ਬੁਲਾਰ ਹੈ ਇਹਦੇ ਘਰ ਔਲਾਦ ਕੋਈ ਨਹੀਂ ਸੀ ਤੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਇਸ ਨੇ ਪਹਿਲੀ ਵਾਰ ਉਦੋਂ ਦੀਦਾਰ ਕੀਤੇ ਨਾ, ਜਦੋਂ ਗੁਰੂ ਨਾਨਕ ਸਾਹਿਬ ਧੁੱਪੇ ਸੁੱਤੇ ਪਏ ਸੀ ਤੇ ਸਾਰੇ ਰੁੱਖਾਂ ਦੀ ਛਾਂ ਜਿਹੜੀ ਸੀ ਉਹ ਮੁੜ ਗਈ ਸੀ, ਜਿਹਦੇ ਥੱਲੇ ਇਹ ਸੁੱਤੇ ਸੀ ਉਸ ਰੁੱਖ ਦੀ ਥਾਂ ਸਥਿਰ ਸੀ, ਤਾਂ ਇਹਨੇ ਉਦੋਂ ਮਨ ਦੇ ਵਿੱਚ ਅਰਦਾਸ ਕੀਤੀ ਕਿ ਕਿਤੇ ਗੁਰੂਦੇਵ ਪਾਤਸ਼ਾਹ ਤੂੰ ਰੱਬ ਦਾ ਰੂਪ ਹੈ, ਕਿਤੇ ਮੇਰੇ ਘਰ ਔਲਾਦ ਦੀ ਬਖਸ਼ਿਸ਼ ਕਰ ਦੇਵੇਂ ਤਾਂ ਮੈਂ ਤੇਰੇ ਨੂੰ ਇਹ ਚੀਜ਼ ਅਰਪਿਤ ਕਰਾਂਗਾ। ਉਸ ਦੇ ਘਰ ਬਾਅਦ ਦੇ ਵਿੱਚ ਪੁੱਤਰ ਦੀ ਬਖਸ਼ਿਸ਼ ਹੋਈ। ਕਿਤੇ ਤੁਸੀਂ ਪ੍ਰਾਤਨ ਜਨਮ ਸਾਖੀ ਨੂੰ ਪੜ੍ਹੋ ਨਾ, ਜਦੋਂ ਕਿਤੇ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਕਿਸੇ ਗੱਲੋਂ ਨਾਰਾਜ਼ ਹੋ ਕੇ ਆਪਣੇ ਪੁੱਤਰ ਨੂੰ ਛੋਟੀ ਉਮਰ 'ਚ ਝਿੜਕਦੇ ਨੇ ਤੇ ਰਾਏ ਬੁਲਾਰ ਪਤਾ ਕੀ ਕਹਿੰਦਾ ਹੈ? ਕਹਿੰਦਾ ਮਹਿਤਾ ਜੀ ਇਸਕੋ ਝਿੜਕਣਾ ਨਹੀਂ, ਇਹ ਖੁਦਾਏ का रूप है, ਤੈ ਇਸਕੋ ਝਿੜਕੇਗਾ ਖੁਦਾ ਤੈਨੂੰ ਝਿੜਕੇਗਾ। ਗੁਰੂ ਨਾਨਕ ਸਾਹਿਬ ਨੂੰ ਨਹੀਂ ਝਿੜਕਣਾ, ਪਿਤਾ ਨੂੰ ਕਹਿੰਦੇ ਸੀ ਕਿ ਜੇ ਤੂੰ ਇਹਨੂੰ ਝਿੜਕੇਗਾ ਪਰਮਾਤਮਾ ਤੈਨੂੰ ਝਿੜਕੇਗਾ, ਕਿਉਂਕਿ ਇਹ ਤੇ ਖੁਦਾਏ ਦਾ ਰੂਪ ਹੈ। ਸੋ ਇਹ ਜਿਹੜੀ ਜ਼ਮੀਨ ਦੀ ਵਰਦੀਅਤ ਸੀ, ਇਹ ਜਿਹੜੀ ਮਲਕੀਅਤ ਸੀ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਜਿਹੜੀ ਸੀ ਨਾਮ ਆਈ, ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ।